ਹੈਲੋ ਦੋਸਤੋ, ਵੈਲਕਮ ਆ ਤੁਹਾਡਾ ਸਾਡੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਜਿਵੇਂ ਕਿ ਆਪਾਂ ਤੁਹਾਡੇ ਲਈ ਜੋ PPSC ਨੂੰ ਟਾਰਗੇਟ ਕਰਕੇ ਜਾਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਟਾਰਗੇਟ ਕਰਕੇ ਆਪਾਂ ਸਪੈਸ਼ਲੀ ਤਾਂ PPSC ਲਈ ਆ, ਉਹਨਾਂ ਨੂੰ ਟਾਰਗੇਟ ਕਰਕੇ ਆਪਾਂ ਤੁਹਾਡੇ ਲਈ ਜਿਹੜਾ ਕੰਟੈਂਟ ਆ ਉਹ ਪ੍ਰੋਵਾਈਡ ਕਰਵਾ ਰਹੇ ਹਾਂ ਤੁਹਾਨੂੰ। ਐਵੇਂ ਆਪਾਂ ਪੋਲਿਟੀ ਦੇ ਲੈਕਚਰ ਨੇ ਜਿਹੜੇ ਉਹ ਵੀ ਪਹਿਲਾਂ ਅਪਲੋਡ ਕਰ ਚੁੱਕੇ ਹਾਂ, ਜਿਓਗ੍ਰਾਫੀ ਦੇ ਲੈਕਚਰ ਨੇ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਚੁੱਕੇ ਹਾਂ, ਤਾਂ ਹਿਸਟਰੀ ਦੇ ਵੀ ਚੱਲਦੇ ਪਏ ਆ। ਤਾਂ ਅੱਜ ਜਿਹੜਾ ਆਪਣਾ ਟੌਪਿਕ ਰਹਿਣ ਵਾਲਾ ਉਹ ਵੀ ਆਪਣਾ ਪੋਲਿਟੀ ਦਾ ਟੌਪਿਕ ਆ। ਇਹ ਤੋਂ ਪਹਿਲਾਂ ਜਿਨ੍ਹਾਂ ਨੇ ਸਾਡੇ ਚੈਨਲ ਦੇ ਉੱਪਰ ਕੈਗ ਦਾ ਵੀ ਕਰ ਲਿਆ, ਆਪਾਂ ਅਟਾਰਨੀ ਜਨਰਲ ਦਾ ਵੀ ਕਰ ਚੁੱਕੇ ਹਾਂ, ਸਿਟੀਜ਼ਨਸ਼ਿਪ ਦਾ ਵੀ ਆ ਗਿਆ, ਤਾਂ ਇਸ ਤਰ੍ਹਾਂ ਨੀਤੀ ਆਯੋਗ ਵੀ ਆਪਾਂ ਕਰਵਾ ਚੁੱਕੇ ਹਾਂ। ਤਾਂ ਜਿਹੜੇ ਐਵੇਂ ਇੰਪੋਰਟੈਂਟ ਟੌਪਿਕ ਨੇ ਨਾ ਉਹ ਆਪਾਂ ਕਵਰ ਕਰ ਚੁੱਕੇ ਹਾਂ। ਅਤੇ ਅੱਜ ਜਿਹੜਾ ਆਪਾਂ ਕਵਰ ਕਰਨਾ ਉਹ ਆਪਾਂ DPSP ਯਾਨੀ ਕਿ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਯਾਨੀ ਕਿ ਜਿਹਨੂੰ ਆਪਾਂ ਸ਼ਾਰਟ ਦੇ ਵਿੱਚ ਕਹਿੰਦੇ ਹਾਂ DPSP, ਇਹਨਾਂ ਦੇ ਬਾਰੇ ਗੱਲ ਕਰਨੀ ਆ। ਤਾਂ ਇਹਨਾਂ ਦੇ ਨਾਲ ਜਿਹੜੇ ਆਪਣੇ ਆਰਟੀਕਲਸ ਹੋਣਗੇ ਜਾਂ ਜਿਹੜੀ ਵੀ ਇਹਦੇ ਬਾਰੇ ਇਨਫੋਰਮੇਸ਼ਨ ਆ ਉਹ ਤੋਂ ਆਪਾਂ ਸਾਰੀ ਡਿਸਕਸ ਕਰਾਂਗੇ। ਤਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ। ਤਾਂ ਇਹ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਆ ਤੁਹਾਨੂੰ ਇੱਕ ਕੁਐਸਚਨ ਆ, ਤੁਸੀਂ ਵੀ ਟਰਾਈ ਕਰਨਾ। ਤਾਂ ਜਿਨ੍ਹਾਂ ਨੂੰ ਪਹਿਲਾਂ ਕਿਸੇ ਨੇ ਟੌਪਿਕ ਪ੍ਰਿਪੇਅਰ ਕੀਤਾ ਹੋਇਆ ਤਾਂ ਉਹ ਤੁਸੀਂ ਪਹਿਲਾਂ ਆਨਸਰ ਕਰ ਸਕਦੇ ਹੋ, ਔਰ ਨਹੀਂ ਤੁਹਾਨੂੰ ਇਹਦਾ ਆਨਸਰ ਆ ਜਿਹੜਾ ਉਹ ਵੀਡੀਓ ਦੀ ਐਂਡ 'ਤੇ ਦਿੱਤਾ ਜਾਵੇਗਾ ਜਦੋਂ ਆਪਣਾ ਇਹ ਟੌਪਿਕ ਪੂਰਾ ਕੰਪਲੀਟ ਹੋ ਗਿਆ। ਤਾਂ ਦੇਖੋ ਇਹਦੀਆਂ ਮਤਲਬ ਕਿ ਆਹ ਚਾਰ, ਕਿਉਂਕਿ UPSC PPSC ਦੇ ਵਿੱਚ ਤੁਹਾਨੂੰ ਐਵੇਂ ਸਟੇਟਮੈਂਟ ਦੇ ਕੇ ਕੁਐਸਚਨ ਆਣੇ ਆ, ਨਹੀਂ ਤੇ ਵਨ ਲਾਈਨਰ ਵੀ ਬਣ ਸਕਦਾ ਵੀ ਜਿਹੜੇ ਆਪਣੇ DPSP ਨੇ ਉਹ ਸੰਵਿਧਾਨ ਦੇ ਕਿਹੜੇ ਪਾਰਟ ਦੇ ਵਿੱਚ ਆ। ਸਿਰਫ ਤੁਹਾਨੂੰ 4 ਪਾਰਟ ਦੀਆਂ ਆਪਸ਼ਨਾਂ ਹੋਣਗੀਆਂ ਵੀ ਕਿਹੜੇ ਦੇ ਵਿੱਚ ਆ, ਤਾਂ ਇੱਕ ਤਾਂ ਇਹ ਵਾਲਾ, ਅਤੇ ਦੂਸਰਾ ਤੁਹਾਨੂੰ ਪੁੱਛਿਆ ਜਾ ਸਕਦਾ ਵੀ ਇਹਨਾਂ ਦੇ ਵਿੱਚੋਂ 4 ਆਪਸ਼ਨਾਂ ਦੇ ਦਿੱਤੀਆਂ ਵੀ ਕਿੰਨੇ ਤੋਂ ਕਿੰਨੇ ਆਰਟੀਕਲ ਨੇ ਜਿਹੜੇ ਆਪਣੇ ਇਹਦੇ ਵਿੱਚ ਆਉਂਦੇ ਆ। ਓਕੇ, ਤਾਂ ਇਸ ਤੋਂ ਬਾਅਦ ਪੁੱਛਿਆ ਜਾ ਸਕਦਾ ਵੀ ਇਹ ਜਸਟਿਸੇਬਲ ਹੈਗੇ ਨੇ ਜਾਂ ਨਹੀਂ ਹੈਗੇ, ਬਾਉਂਡਡ ਹੈਗੇ ਆ ਜਾਂ ਨਹੀਂ ਹੈਗੇ, ਜਾਂ ਫਿਰ ਇਹਦਾ ਸੋਰਸ ਕੀ ਆ। ਤਾਂ ਇਹ ਜਿਹੜੇ ਤੁਹਾਨੂੰ ਹੁਣ ਦੱਸੇ ਨੇ ਇਹ ਵਨ ਲਾਈਨਰ ਦੇ ਵਿੱਚ ਬਣ ਸਕਦੇ ਆ ਅਗਰ ਕੋਈ C ਜਾਂ D ਗ੍ਰੇਡ ਦਾ ਕੋਈ ਐਗਜ਼ਾਮ ਆ ਕਿਸੇ ਦਾ। ਪਰ ਆਪਾਂ ਇੱਥੇ ਟਾਰਗੇਟ ਕਰ ਰਹੇ ਹਾਂ PPSC UPSC ਨੂੰ, ਤਾਂ ਉਹਦੇ ਵਿੱਚੋਂ ਤੁਸੀਂ ਇਹੋ ਜਿਹੀ ਉਮੀਦ ਕਦੇ ਵੀ ਨਾ ਕਰਿਓ। ਵੈਸੇ ਹੀ ਤੁਹਾਡਾ ਲੱਕ ਚੰਗਾ ਹੋਇਆ ਤਾਂ ਤੁਹਾਨੂੰ ਇਹੋ ਜਿਹਾ ਕੋਈ ਕੁਐਸਚਨ ਆ ਸਕਦਾ, ਤਾਂ ਵੀ ਇੰਨਾ ਈਜ਼ੀ ਨਹੀਂ ਆਏਗਾ, ਕਿਸੇ ਨਾ ਕਿਸੇ ਇੱਕ ਅੱਧੀ ਸਟੇਟਮੈਂਟ ਵਾਲਾ ਬਣੇਗਾ। ਤਾਂ ਤੁਸੀਂ ਇਹਦੇ ਵਿੱਚ ਦੇਖੋ ਆਹ 4 ਤੁਹਾਡੀਆਂ ਆਪਸ਼ਨ ਸਟੇਟਮੈਂਟਸ ਨੇ ਵੀ ਜਿਹੜੀ 42ਵੀਂ ਅਮੈਂਡਮੈਂਟ ਐਕਟ ਹੋਈ ਆ ਤਾਂ ਪਾਰਲੀਮੈਂਟ ਐਕਸਟੈਂਡ ਦਾ ਸਕੋਪ ਆਫ ਦਾ ਫਸਟ ਪ੍ਰੋਵੀਜ਼ਨ ਆਫ ਆਰਟੀਕਲ ਸੀਗਾ ਜਿਹੜਾ ਜਾਂ 31 ਆਰਟੀਕਲ ਆਪਣਾ, ਤਾਂ ਇਹਦੇ ਬਾਰੇ ਆ। ਤਾਂ ਪੋਜੀਸ਼ਨ ਆਫ ਲੀਗਲ ਪ੍ਰਾਈਮੇਸੀ ਐਂਡ ਸੁਪਰੀਮੇਸੀ ਟੂ ਦਾ ਡਾਇਰੈਕਟ ਪ੍ਰਿੰਸੀਪਲ ਓਵਰ ਦਾ ਫੰਡਾਮੈਂਟਲ ਰਾਈਟਸ ਕਨਫਰਡ ਬਾਈ ਦਾ ਆਰਟੀਕਲ 14, 19, 31, ਤਾਂ ਇਹਦੇ ਬਾਰੇ ਆ। ਤਾਂ ਫੰਡਾਮੈਂਟਲ ਰਾਈਟ ਕੈਨ ਵੀ ਅਮੈਂਡਡ ਟੂ ਇੰਪਲੀਮੈਂਟਡ DPSP ਅੰਟਿਲ ਇਟ ਡਜ਼ ਨਾਟ ਹਾਰਮ ਟੂ ਬੇਸਿਕ ਸਟਰਕਚਰ ਆਫ ਦਾ ਕੌਨਸਟੀਟਿਊਸ਼ਨ। ਪਾਰਟ 3 ਇਹਦਾ ਪਾਰਟ 3 ਆਫ ਦਾ ਕੌਨਸਟੀਟਿਊਸ਼ਨ ਆਫ ਇੰਡੀਆ contain the fundamental rights granted to the citizens of India। ਆਰਟੀਕਲ 12 ਤੋਂ 35 ਕੌਨਸਟੀਟਿਊਸ਼ਨ ਆਫ ਇੰਡੀਆ ਡੀਲ ਵਿਦ ਦਾ ਫੰਡਾਮੈਂਟਲ ਰਾਈਟਸ, ਵੀ ਮਤਲਬ ਪਾਰਟ ਤੀਜੇ ਦੇ ਵਿੱਚ 12 ਤੋਂ 35 ਤੱਕ ਜਿਹੜੇ ਆਰਟੀਕਲ ਨੇ ਉਹ ਮਤਲਬ ਫੰਡਾਮੈਂਟਲ ਰਾਈਟ ਨਾਲ ਨੇ ਤੇ ਗਰੰਟੀ ਦਿੰਦੇ ਨੇ ਇਹਨਾਂ ਨੂੰ। ਤਾਂ ਪੋਲੀਟੀਕਲ ਡੈਮੋਕ੍ਰੇਸੀ ਇਜ਼ established in India with the help of the fundamental rights given in the constitution of India where the economic social democracy ਇਹ ਆਪਣੇ DPSP ਦੇ ਵਿੱਚ ਆ। ਤਾਂ ਤੁਸੀਂ ਇਹ ਚਾਰੋਂ ਆਪਸ਼ਨਾਂ ਨੇ ਜਿਹੜੀਆਂ ਉਹਨੂੰ ਧਿਆਨ ਦੇ ਨਾਲ ਰੀਡ ਆਊਟ ਕਰਨਾ। ਦੈਨ ਆਹ ਤੁਹਾਡੀਆਂ ਆਨਸਰ ਨੇ ਜਿਹੜੀਆਂ ਤੁਸੀਂ ਆਪਸ਼ਨਾਂ ਨੇ ਵੀ ਇਕੱਲਾ 3 ਤੇ 4 ਸਹੀ ਨੇ ਜਾਂ ਸਾਰੇ ਸਹੀ ਨੇ, ਜਾਂ ਫਿਰ ਓਨਲੀ 2 ਤੇ 3 ਜਾਂ ਮਤਲਬ ਪਹਿਲੇ ਨੂੰ ਛੱਡ ਕੇ ਬਾਕੀ ਸਹੀ ਨੇ, ਜਾਂ ਫਿਰ ਇੱਕ ਦੂਜੇ ਨੂੰ ਛੱਡ ਕੇ 1, 3, 4 ਜਿਹੜੇ ਉਹ ਸਹੀ ਨੇ। ਤਾਂ ਇਹ ਤੁਹਾਡਾ ਕੁਐਸਚਨ ਆ। ਹੁਣ ਇੱਕ ਵਾਰ ਤੋਂ ਤੁਸੀਂ ਇਹਨੂੰ ਦੁਬਾਰਾ ਤੋਂ ਰੀਡ ਕਰ ਲਿਓ, ਤਾਂ ਵੀਡੀਓ ਪਾਊਜ਼ ਕਰਕੇ ਦੇਖ ਲਿਓ, ਜੇ ਨਹੀਂ ਵੀ ਸਮਝ ਲੱਗਿਆ ਤਾਂ ਤੁਸੀਂ ਆਨਸਰ ਜ਼ਰੂਰ ਕਰਨਾ। ਤਾਂ ਹੁਣ ਆਪਾਂ ਇਹਦੇ ਆਪਣਾ ਫੰਡਾਮੈਂਟਲ ਰਾਈਟ ਹੀ ਆਉਂਦਾ DPSP ਦੇ ਬਾਰੇ ਗੱਲ ਕਰਨੀ ਆ। ਤਾਂ DPSP ਆਪਣੇ ਸੰਵਿਧਾਨ ਦੇ ਪਾਰਟ 91 ਦੇ ਵਿੱਚ ਆ, ਪਾਰਟ 4 ਦੇ ਵਿੱਚ ਆ। ਤਾਂ ਇਹ ਤੋਂ ਪਹਿਲਾਂ ਆਪਾਂ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਵੀ ਪਾਰਟ 1 ਦੇ ਵਿੱਚ ਆਪਣਾ ਕੀ ਆ, ਔਰ ਪਾਰਟ 2 ਦੇ ਵਿੱਚ ਆਪਣਾ ਕੀ ਆ, ਔਰ ਪਾਰਟ 3 ਦੇ ਵਿੱਚ ਆਪਣਾ ਕੀ ਆ। ਤਾਂ ਜਿਵੇਂ ਆਪਣਾ ਪਾਰਟ 3 ਆ ਇਹ ਆਪਣਾ ਫੰਡਾਮੈਂਟਲ ਰਾਈਟਸ ਨੂੰ ਲੈ ਕੇ ਆ, ਔਰ ਜਿਹੜਾ ਪਾਰਟ 2 ਆ ਇਹ ਆਪਣਾ ਸਿਟੀਜ਼ਨਸ਼ਿਪ ਨੂੰ ਲੈ ਕੇ ਆ। ਤਾਂ ਪਾਰਟ 1 ਤੁਸੀਂ ਦੱਸਣਾ ਔਰ ਇਹਦੇ ਆਰਟੀਕਲ ਦੱਸਣੇ ਆ। ਅਤੇ ਜਿਹੜਾ ਫੰਡਾਮੈਂਟਲ ਰਾਈਟ ਵਾਲਾ ਤਾਂ ਇਹਦੇ ਆਰਟੀਕਲ ਨੇ ਜਿਹੜੇ 12 ਤੋਂ 35 ਤੱਕ ਨੇ। ਪਾਰਟ 3 ਆਪਾਂ ਇੱਧਰ ਲਿਖਿਆ ਅਤੇ ਆਰਟੀਕਲ ਨੇ 12 ਤੋਂ 35 ਤੱਕ। ਤਾਂ ਉਹਦੇ ਵਿੱਚੋਂ ਇੱਕ ਆਪਸ਼ਨ ਇਹਨਾਂ ਦੇ ਬਾਰੇ ਸੀ, ਤਾਂ ਤੁਹਾਨੂੰ ਇੱਥੋਂ ਹੀ ਕਲੀਅਰ ਹੋ ਗਿਆ ਹੋਊਗਾ ਵੀ ਉਹਦੀ ਆਪਸ਼ਨ ਦੇ ਵਿੱਚੋਂ ਸਹੀ ਬਣਦੀ ਆ ਕਿ ਨਹੀਂ ਬਣਦੀ। ਤਾਂ ਇਹ ਮਤਲਬ ਕਿ ਗਰੰਟੀ ਦਿੰਦੇ ਨੇ ਸਾਰੇ ਸਿਟੀਜ਼ਨ ਨੂੰ ਜਿਹੜੇ ਬੇਸਿਕ ਉਹਨਾਂ ਦੇ ਰਾਈਟ ਹੁੰਦੇ ਆ ਤਾਂ ਉਹ ਦਬਾਉਣ ਦੇ ਲਈ। ਤਾਂ ਆਪਣਾ ਪਾਰਟ 1 ਅਤੇ 2 ਦੇ ਜਿਹੜੇ ਆਰਟੀਕਲ ਨੇ ਉਹ ਤੁਸੀਂ ਦੱਸਣੇ ਆ। ਪਾਰਟ 1 ਦਾ ਨੇਮ ਤੁਸੀਂ ਦੱਸਣਾ, ਉਹ ਕਮੈਂਟ ਕਰਕੇ ਤੁਸੀਂ ਦੱਸੋਗੇ। ਤਾਂ ਜਿਹਦੇ ਬਾਰੇ ਅੱਜ ਆਪਾਂ ਗੱਲ ਕਰਨੀ ਆ ਆਪਣੇ DPSP ਨੇ ਉਹ ਆਪਣੇ ਕਿਹੜੇ ਪਾਰਟ ਦੇ ਵਿੱਚ ਆਉਂਦੇ ਨੇ, 4ਥੇ ਪਾਰਟ ਦੇ ਵਿੱਚ ਆਉਂਦੇ ਨੇ, ਔਰ ਇਹਨਾਂ ਦੇ ਆਰਟੀਕਲ 37 ਤੋਂ 51। ਆ ਤਾਂ ਹੁੰਦਾ ਬਸ ਇੱਕ ਸਿੰਪਲ ਐਗਜ਼ਾਮ ਆ ਕੋਈ ਵੀ ਤਾਂ ਉਹਦੇ ਵਿੱਚ ਆ ਜਾਂਦਾ। ਤਾਂ ਹੁਣ ਜੇ ਆਪਾਂ ਥੋੜ੍ਹੀ ਜਿਹੀ ਗੱਲ ਕਰੀਏ ਵੀ ਫੰਡਾਮੈਂਟਲ ਰਾਈਟ ਨੇ ਇੱਕ ਪਾਸੇ ਆਪਣੇ DPSP ਨੇ, ਤਾਂ ਇਹਨਾਂ ਦਾ ਜਿਹੜਾ
DPSP ਦਾ ਸਕੋਪ ਉਹ ਲਿਮਟਲੈਸ ਹੁੰਦਾ ਔਰ ਮੈਕਰੋ ਲੈਵਲ ਤੇ ਆ। ਤੇ ਜਿਹੜੇ DPSP ਨੇ ਇਹ ਇਨਫੋਰਸੇਬਲ ਬਾਏ ਲਾਅ ਨਹੀਂ ਹੁੰਦੇ ਔਰ ਨਾ ਹੀ ਇਹਨਾਂ ਦੇ ਜਸਟਿਸੇਬਲ ਹੁੰਦੇ ਨੇ। DPSP ਨਾਟ ਸਬੋਰਡੀਨੇਟ ਟੂ ਦਾ ਫੰਡਾਮੈਂਟਲ ਰਾਈਟਸ। ਓਕੇ, ਤਾਂ ਆਹ ਨੇ ਜਿਹੜੇ ਇਹ ਇੱਕ ਇਹਨਾਂ ਦਾ ਬੇਸਿਕ ਜਾ। ਤਾਂ ਹੁਣ ਦੇਖੋ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ ਵੀ ਅਸਲ ਦੇ ਵਿੱਚ ਚੀਜ਼ ਕੀ ਆ। ਇਹ ਤਾਂ ਤੁਹਾਨੂੰ ਇੱਕ ਉਹਨਾਂ ਦੇ ਵਿੱਚ ਫਰਕ ਜਿਹਾ ਦੱਸਿਆ ਆਪਾਂ। ਤਾਂ ਜਿਹੜਾ DPSP ਹੈ ਨਾ, ਇਹਦੀ ਫੁੱਲ ਫਾਰਮ ਆ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਤਾਂ ਇਹ ਆਪਾਂ ਬੋਰੋ ਕੀਤੇ ਆ। ਕੀ ਆਪਣੇ ਸੰਵਿਧਾਨ ਦੇ ਆਪਣੇ ਖੁਦ ਦੇ ਨੇ? ਨਹੀਂ, ਇਹ ਆਪਾਂ ਕੀ ਕੀਤੇ ਨੇ? ਬੋਰੋ ਕੀਤੇ ਹੋਏ ਆ। ਤਾਂ ਕਿੱਥੋਂ ਕੀਤੇ ਨੇ? ਤਾਂ ਜਿਹੜਾ ਇਹਦਾ ਆਪਣਾ ਸੋਰਸ ਆ ਉਹ ਹੈਗਾ ਗਾ ਆਇਰਲੈਂਡ। ਠੀਕ ਆ, ਆਇਰਲੈਂਡ ਵੀ ਆ ਸਕਦਾ ਜਾਂ ਫਿਰ ਤੁਹਾਨੂੰ ਆਇਰਸ ਕੌਨਸਟੀਟਿਊਸ਼ਨ ਵੀ ਆ ਸਕਦਾ। ਤਾਂ ਤੁਸੀਂ ਕਹੋਗੇ ਵੀ ਆਇਰਲੈਂਡ ਇਹ ਤੋਂ ਕੀਤੇ ਨੇ। ਅਤੇ ਜਿਹੜੇ ਉਹਨਾਂ ਦੇ ਵਿੱਚੋਂ ਆਰਟੀਕਲ ਕਿਹੜਾ ਹੈਗਾ? ਆਰਟੀਕਲ 45। ਇਹ ਆਪਣੇ ਇਹਦਾ ਨਹੀਂ ਹੈਗਾ, ਇਹ ਉਹਨਾਂ ਦੇ ਆਇਰਸ ਕੌਨਸਟੀਟਿਊਸ਼ਨ ਦਾ ਆਰਟੀਕਲ ਆ, ਆਰਟੀਕਲ ਨੰਬਰ 45। ਤਾਂ ਅਸੀਂ ਇਹਦੇ 'ਚੋਂ ਇਹ ਬੋਰੋ ਕੀਤੇ ਆ। ਅਤੇ ਜਿਹੜੇ ਆਇਰਸ ਵਾਲੇ ਨੇ ਇਹਨਾਂ ਨੇ ਇਹ ਕਿੱਥੋਂ ਲਏ ਨੇ? ਇਹਨਾਂ ਨੇ ਲਏ ਨੇ ਸਪੇਨ ਤੋਂ, ਸਪੈਨਿਸ਼ ਕੌਨਸਟੀਟਿਊਸ਼ਨ ਤੋਂ ਲਏ ਨੇ। ਇੱਥੋਂ ਤੱਕ ਵੀ ਕਿੱਥੋਂ ਆਏ ਇਹ ਤਾਂ ਤੁਹਾਨੂੰ ਕਲੀਅਰ ਹੋ ਗਿਆ। ਇਹ ਤੋਂ ਬਾਅਦ ਦੇਖੋ ਜਿਹੜੀ ਇਹਦੀ ਹਿਸਟਰੀ ਹੈ ਨਾ, ਉਹ ਮਤਲਬ ਫੰਡਾਮੈਂਟਲ ਰਾਈਟ ਦੇ ਨਾਲ ਹਮੇਸ਼ਾ ਹੀ ਕਨਫਲਿਕਟ ਦੇ ਵਿੱਚ ਰਹੀ ਆ। ਇਹਨਾਂ ਦੇ ਨਾਲ ਹਮੇਸ਼ਾ ਇਹਦਾ ਜਿਹੜਾ ਮਸਲਾ ਹੈਗਾ ਉਹ ਭਟਕਦਾ ਹੀ ਰਹਿੰਦਾ। ਤਾਂ ਇੱਕ ਕਮੇਟੀ ਸੀਗੀ ਸਪਰੂ ਕਮੇਟੀ, ਇੰਪੋਰਟੈਂਟ ਆ। ਸਪਰੂ ਕਮੇਟੀ ਯਾਦ ਰੱਖਣੀ ਆ 1945। ਹੁਣ ਇਹ 1945 ਦੇ ਵਿੱਚ ਬਣੀ ਨਹੀਂ। ਤਾਂ 1945 ਦੇ ਵਿੱਚ ਇਹਦੀ ਰਿਪੋਰਟ ਆਈ ਸੀ। ਇਹਨੇ ਸੁਜੈਸਟ ਕੀਤਾ ਸੀਗਾ ਵੀ 2 ਕੈਟਾਗਰਾਈਜ਼ ਨੂੰ। ਇੱਕ ਇਹਨੇ ਕਹੇ ਜਸਟਿਸੇਬਲ ਰਾਈਟ ਹੋਣੇ ਚਾਹੀਦੇ ਨੇ, ਦੂਸਰੇ ਇਹਨਾਂ ਨੇ ਕਹੇ ਸੀ ਵੀ ਨੋਨ ਜਸਟਿਸੇਬਲ ਰਾਈਟ ਨੇ ਜਿਹੜੇ ਉਹ ਹੋਣੇ ਚਾਹੀਦੇ ਆ। ਤਾਂ ਜਿਹੜੇ ਇਹਨਾਂ ਨੇ ਕਿਹਾ ਵੀ ਜਸਟਿਸੇਬਲ ਹੋਣਗੇ ਉਹਨਾਂ ਨੂੰ ਤਾਂ ਆਪਾਂ ਕਹਿਤਾ ਵੀ ਫੰਡਾਮੈਂਟਲ ਰਾਈਟ ਨੇ, ਜਿਹੜੇ ਆਪਣੇ ਦੂਸਰੇ ਨੋਨ ਜਸਟਿਸੇਬਲ ਨੇ ਉਹਨਾਂ ਨੂੰ DPSP ਕਹਿਤਾ। ਤਾਂ ਹੁਣ ਜੇ ਆਪਾਂ ਇਹਦੇ ਬਾਰੇ ਗੱਲ ਕਰੀਏ ਵੀ ਜਿਹੜੀ ਇਹ ਕਮੇਟੀ ਸੀ, ਤਾਂ ਇਹ ਕਮੇਟੀ ਦੇ ਬਾਰੇ ਆਪਾਂ ਥੋੜ੍ਹੇ ਜਿਹੇ ਪੁਆਇੰਟ ਕਰ ਲੈਂਦੇ ਹਾਂ। ਤਾਂ ਵੀ ਇਹ ਕਮੇਟੀ ਕਿਹਨਾਂ ਨੇ ਬਣਾਈ? ਜਿਹੜੀ ਇਹ ਕਮੇਟੀ ਆ ਸਪਰੂ ਕਮੇਟੀ ਆ, ਤਾਂ 1945 'ਚ ਤਾਂ ਇਹਨਾਂ ਨੇ ਰਿਪੋਰਟ ਰੱਖੀ ਆ। ਤਾਂ ਇਹ ਜਿਹੜੀ ਅਪੋਇੰਟ ਕੀਤੀ ਗਈ ਸੀ ਇਹ ਕਿਹਦੇ ਦੁਆਰਾ ਕੀਤੀ ਗਈ ਆ? ਅਪੋਇੰਟ ਕੀਤੀ ਸੀ ਇਹ ਨੌਨ ਪਾਰਟੀ ਕਾਨਫਰੰਸ ਨੇ। ਤਾਂ ਕਿਹਨੇ ਅਪੋਇੰਟ ਕਰੀ ਸੀ? ਇਹ ਨੌਨ ਪਾਰਟੀ ਕਾਨਫਰੰਸ ਨੇ। UPSC ਦਾ ਕੋਈ ਪਤਾ ਨਹੀਂ ਉਹਨਾਂ ਦਾ ਕਿੱਥੋਂ ਕੰਟੈਂਟ ਚੱਕ ਕੇ ਕੀ ਉਹਨਾਂ ਨੇ ਪਾ ਦੇਣਾ ਹੁੰਦਾ। ਤਾਂ ਸਪਰੂ ਕਮੇਟੀ ਹੈ ਤਾਂ ਇਹਦੇ ਬਾਰੇ ਥੋੜ੍ਹਾ ਜਿਹਾ ਧਿਆਨ ਦਿਓ। ਇਕੱਲਾ ਆਪਾਂ ਇੱਥੇ ਤੱਕ ਨਹੀਂ ਰੱਖ ਸਕਦੇ ਵੀ 1945 ਦੇ ਵਿੱਚ ਸਪਰੂ ਕਮੇਟੀ ਦੀ ਰਿਪੋਰਟ ਆਈ ਆ ਵੀ ਇਹਨੇ ਇਹਨਾਂ ਨੂੰ ਕਿਹਾ ਵੀ ਮਤਲਬ ਫੰਡਾਮੈਂਟਲ ਰਾਈਟ ਤੇ ਨੋਨ ਜਸਟਿਸੇਬਲ ਨੇ, ਤੇ ਜਾਂ ਮਤਲਬ ਜਸਟਿਸੇਬਲ ਰਾਈਟ ਤੇ ਨੋਨ ਜਸਟਿਸੇਬਲ ਰਾਈਟ ਨੇ। ਤਾਂ ਇਹ ਨੌਨ ਪਾਰਟੀ ਕਾਨਫਰੰਸ ਸੀਗੀ। ਕਿਉਂ? ਕਿਉਂਕਿ 1944 ਦੇ ਵਿੱਚ ਆਪਣੇ ਮਹਾਤਮਾ ਗਾਂਧੀ ਜੀ ਔਰ ਜਿਨ੍ਹਾਂ ਨੇ ਆਪਸ ਦੇ ਵਿੱਚ ਟਾਕ ਕੀਤੀ ਸੀ, ਤਾਂ ਉਹਨਾਂ ਦੀ ਜਿਹੜੀ ਆਪਸ ਦੇ ਵਿੱਚ ਸਹਿਮਤੀ ਸੀ ਉਹ ਨਹੀਂ ਬਣ ਪਾਈ, ਅਸਫਲ ਹੋ ਗਈ। ਤਾਂ ਫਿਰ ਇਹਨਾਂ ਨੇ ਕਿਹਾ ਵੀ ਆਪਾਂ ਨੂੰ ਇੱਕ ਕਮੇਟੀ ਚਾਹੀਦੀ ਆ ਵੀ ਜਿਹੜੀ ਫਿਊਚਰ ਦੇ ਵਿੱਚ ਆਪਾਂ ਨੂੰ ਦੱਸੇਗੀ ਵੀ ਕਿਵੇਂ ਦਾ ਕੁਛ ਹੋਣਾ ਚਾਹੀਦਾ ਨਹੀਂ ਚਾਹੀਦਾ। ਤਾਂ ਜਿਹੜੀ ਮੁਸਲਿਮ ਲੀਗ ਸੀ ਉਹ ਕਹਿੰਦੀ ਵੀ ਸਾਡੀ ਗੱਲ ਮੰਨੀ ਜਾਵੇ, ਅਤੇ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਸੀ ਮਤਲਬ ਕਿ ਮੋਟੇ ਤੌਰ 'ਤੇ ਇਹੀ ਦੋ ਸੀਗੇ। ਤਾਂ ਇਹਨਾਂ ਨੇ ਕਿਹਾ ਵੀ ਸਾਡੀ ਗੱਲ ਇੱਥੇ ਸਾਹਮਣੇ ਹੋਣੀ ਚਾਹੀਦੀ ਆ। ਤਾਂ ਦੋਨਾਂ ਦੇ ਵਿੱਚ ਤਾਂ ਕੰਟਰਾਡਿਕਸ਼ਨ ਚੱਲਦਾ ਪਿਆ ਨਾ, ਉੱਧਰੋਂ ਮਹਾਤਮਾ ਗਾਂਧੀ ਸੀ, ਉੱਧਰੋਂ ਜਿੰਨਾ ਜੀ। ਤਾਂ ਫਿਰ ਇਹਨਾਂ ਨੇ ਮਿਲ ਕੇ ਜਿਹੜਾ ਫੈਸਲਾ ਸੀ ਉਹ ਕੀਤਾ ਵੀ ਆਪਾਂ ਦੋਨੇ ਪਾਰਟੀਆਂ ਬਾਹਰ ਰਹਿੰਦੇ ਹਾਂ। ਤਾਂ ਆਪਾਂ ਕਹਿ ਰਹੇ ਹਾਂ ਵੀ ਨੌਨ ਪਾਰਟੀ ਕਾਨਫਰੰਸ ਹੋਈ ਸੀ ਵੀ ਸਾਡੀਆਂ ਦੋਨੇ ਪਾਰਟੀਆਂ ਦੇ ਵਿੱਚੋਂ ਮਤਲਬ ਕਿ ਬਾਹਰ ਤੋਂ ਆਪਣੀਆਂ ਪਾਰਟੀਆਂ ਅਲੱਗ ਰਹਿਣਗੀਆਂ, ਇਹਨਾਂ ਤੋਂ ਬਿਨਾਂ ਇੱਕ ਬੰਦਿਆਂ ਦੀ ਆਪਾਂ ਕਮੇਟੀ ਤਿਆਰ ਕਰਦੇ ਹਾਂ, ਕਾਨਫਰੰਸ ਕਰਦੇ ਹਾਂ, ਅਤੇ ਉਹ ਆਪਣੀ ਜਿਹੜੀ ਕਮੇਟੀ ਬਣੂਗੀ ਉਹਨੂੰ ਅਪੋਇੰਟ ਕਰੂਗੀ। ਤਾਂ ਕਰਕੇ ਕਿਸੇ ਵੀ ਪਾਰਟੀ ਦੇ ਨਹੀਂ ਹੋਣਗੇ। ਤਾਂ ਕਰਕੇ ਫਿਰ ਸਪਰੂ ਕਮੇਟੀ ਸੀ ਜਿਹੜੀ ਇਹ ਬਣਾਈ ਗਈ। ਸਪਰੂ ਇਹਨਾਂ ਦੇ ਹੈੱਡ ਸੀਗੇ। ਤਾਂ ਇਹਨਾਂ ਨੇ ਅਪੋਇੰਟ ਕੀਤੀ ਸੀ ਇਹ 1944 ਦੇ ਵਿੱਚ, ਪਰ ਇਹ ਤੋਂ ਪਹਿਲਾਂ ਮੀਟਿੰਗ ਇਹਨਾਂ ਦੀ 41 ਦੇ ਵਿੱਚ ਹੋ ਚੁੱਕੀ ਸੀਗੀ। ਤਾਂ ਇਹਦੇ 'ਚ ਲੀਗ ਦਾ ਕੋਈ ਬੰਦਾ ਨਹੀਂ ਸੀ, ਇੰਡੀਅਨ ਨੈਸ਼ਨਲ ਕਾਂਗਰਸ ਦਾ ਕੋਈ ਬੰਦਾ ਨਹੀਂ ਸੀ। ਬਾਕੀ ਜਿਹੜੇ ਆਪਣੇ ਦਲਿਤ ਮਿਨੋਰਟੀ ਵਗੈਰਾ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀ ਸਪਰੂ ਕਮੇਟੀ ਆ ਇਹ ਆਪਣੀ ਤਿਆਰ ਕਰੀ ਗਈ ਆ। ਤਾਂ 1945 'ਚ ਇਹਨੇ ਆਪਦੀ ਰਿਪੋਰਟ ਰੱਖਤੀ, ਅਤੇ ਇਹਦੇ 'ਚ 30 ਮੈਂਬਰਾਂ ਦੀ ਕਮੇਟੀ ਆ ਇਹ, ਔਰ ਕਿਸੇ ਵੀ ਪਾਰਟੀ ਦੇ ਅਧੀਨ ਨਹੀਂ ਸੀ ਪਹਿਲੀ ਗੱਲ। ਔਰ ਇਹਦੇ 8 ਮੈਂਬਰ ਬਾਅਦ ਦੇ ਵਿੱਚ ਕੌਨਸਟੀਟਿਊਸ਼ਨ ਆਪਣੀ ਅਸੈਂਬਲੀ ਦਾ ਪਾਰਟ ਵੀ ਬਣ ਗਏ। ਓਕੇ, ਤਾਂ ਇਹਨੇ 343 ਪੇਜਾਂ ਦੀ ਆਪਦੀ ਰਿਪੋਰਟ ਰੱਖੀ ਸੀ, 343 ਯਾਨੀ ਕਿ 343 ਪੇਜਸ ਦੀ ਰਿਪੋਰਟ ਆ ਜਿਹੜੀ ਉਹ ਇਹਨੇ ਮਤਲਬ ਕਿ ਅੱਗੇ ਰੱਖੀ ਸੀ। ਤਾਂ ਇਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਮਤਲਬ ਆਹ ਸਾਰੀ ਗੱਲਬਾਤ ਆ ਜਿਹੜੀ ਇਦੋਂ ਗਾਹਾਂ ਤਾਂ ਆਪਾਂ ਮਤਲਬ ਕਿ ਇਹਨੇ ਜਿਹੜੇ ਕਿਹਾ ਸੀ ਵੀ ਪਾਕਿਸਤਾਨ ਦੀ ਮੰਗ ਉਹਨੂੰ ਵੀ ਇਹਨਾਂ ਨੇ ਤਾਂ ਰਿਜੈਕਟ ਕਰਤਾ ਸੀ। ਇਹ ਕਹਿੰਦੇ ਵੀ ਜਿਹੜਾ ਮੁਸਲਮਾਨਾਂ ਨੂੰ ਅਲੱਗ ਤੋਂ ਚਾਹੀਦਾ ਇਲੈਕਟੋਰਲ 'ਚ ਮੰਗਦੇ ਨੇ ਤਾਂ ਉਹ ਵੀ ਉਹਨਾਂ ਨੂੰ ਨਹੀਂ ਦੇਣਾ ਚਾਹੀਦਾ, ਕਿਉਂਕਿ ਇੰਡੀਆ ਦੀ ਜਿਹੜੀ ਇੱਕ ਯੂਨਿਟੀ ਆ ਉਹ ਖਰਾਬ ਹੋਏਗੀ। ਤਾਂ ਬਸ ਬਾਕੀ ਆਪਾਂ ਸਪਰੂ ਕਮੇਟੀ ਦੇ ਇੰਨਾ ਡਿਟੇਲ 'ਚ ਨਹੀਂ ਜਾਣਾ, ਤੁਸੀਂ ਬਸ ਇਹ ਧਿਆਨ ਰੱਖੋ ਵੀ ਇਹ ਕਿਹਨਾਂ ਦੇ ਦੁਆਰਾ ਅਪੋਇੰਟ ਕੀਤੇ ਗਏ ਆ, ਨੌਨ ਪਾਰਟੀ ਕਾਨਫਰੰਸ ਸੀ। ਕਿਉਂ? ਇਹਦਾ ਮੈਂ ਤੁਹਾਨੂੰ ਦੱਸਦਾ ਵੀ 1944 ਦੇ ਵਿੱਚ ਜਿਹੜੀ ਉਹਨਾਂ ਦੀ ਟਾਕ ਸੀਗੀ ਮੁਸਲਿਮ ਲੀਗ ਦੀ ਔਰ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਹ ਫੇਲ ਹੋ ਗਈ। ਤਾਂ ਕਰਕੇ ਫਿਰ ਉਹ ਕਹਿੰਦੇ ਵੀ ਜੇ ਇਹ ਕਮੇਟੀ ਉਹ ਆਪਸ ਦੇ ਵਿੱਚ ਉਹ ਕਹਿੰਦੇ ਸੀ ਨਾ ਵੀ ਆਪਸ ਦੇ ਵਿੱਚ ਉਹਨਾਂ ਦੀ ਤਾਂ ਮਤਲਬ ਕਿ ਜਿਹੜੀ ਇੱਕ ਗੱਲਬਾਤ ਹੋਈ ਨਹੀਂ ਸਕੀ। ਤਾਂ ਉਹ ਕਹਿੰਦੇ ਵੀ ਜੇ ਕਾਂਗਰਸ ਆਊਗੀ ਤਾਂ ਮੁਸਲਿਮ ਲੀਗ ਆਊਗੀ, ਜੇ ਫਿਰ ਉਹ ਦੋਨੇ ਇਕੱਠੀਆਂ ਹੁੰਦੀਆਂ ਤਾਂ ਉਹਨਾਂ ਦੀ ਸੋਚ ਇੱਕ ਨਹੀਂ ਹੈਗੀ। ਤਾਂ ਕਰਕੇ ਉਹਨਾਂ ਤੋਂ ਬਿਨਾਂ ਥਰਡ ਪਾਰਟੀ ਬਣੀ ਜਿਹਨੂੰ ਆਪਾਂ ਕਹਿੰਦੇ ਸਪਰੂ ਕਮੇਟੀ। ਓਕੇ, ਤਾਂ ਇਹਨਾਂ ਨੇ ਕਿਹਾ ਵੀ ਇੱਕ ਫੰਡਾਮੈਂਟਲ ਰਾਈਟ ਆ ਜਿਹੜੇ ਤਾਂ ਜਸਟਿਸੇਬਲ ਹੋਣਗੇ ਕੋਰਟ ਦੇ ਵਿੱਚ,
ਫੰਡਾਮੈਂਟਲ ਰਾਈਟ ਨੇ, ਤੇ ਜਿਹੜੇ ਨੌਨ ਜਸਟਿਸੇਬਲ ਨੇ ਉਹਨਾਂ ਨੂੰ ਅਸੀਂ DPSP ਕਹਿ ਦਿੰਦੇ ਆ। ਤਾਂ ਜਿਹੜੇ ਆਪਣੇ ਇਹ ਨੇ ਨਾ, ਤਾਂ ਇਹ ਇਸਟੈਬਲਿਸ਼ ਕਰਦੇ ਨੇ ਇਕਨੋਮਿਕ ਅਤੇ ਸੋਸ਼ਲ ਡੈਮੋਕ੍ਰੇਸੀ, ਤਾਂ ਨਾਟ ਲੀਗਲੀ ਇਨਫੋਰਸੇਬਲ ਬਾਏ ਦਾ ਕੋਰਟਸ ਆਫ देयर ਵਾਇਓਲੇਸ਼ਨ। ਤਾਂ ਆ ਇਹਦਾ ਰਿਹਾ ਇੱਕ ਬੇਸਿਕ ਜਿਹਾ ਮੁੱਦਾ ਸਪਰੂ ਕਮੇਟੀ ਦਾ। ਤਾਂ ਹੁਣ ਦੇਖੋ ਜਿਹੜਾ ਕਲਾਸੀਫਾਈ ਕਰਦੇ ਹਨ ਇਹਨਾਂ ਨੂੰ, ਅਸੀਂ ਕਲਾਸੀਫਾਈ ਕਰਦੇ ਇਹਨਾਂ ਨੂੰ 3 ਟਾਈਪਸ ਦੇ ਵਿੱਚ। ਇੱਕ ਤਾਂ ਹੁੰਦਾ ਸੋਸ਼ਲਿਸਟ ਪ੍ਰਿੰਸੀਪਲ, ਗਾਂਧੀਅਨ ਤੇ ਲਿਬਰਲ। ਜਿਹੜੇ ਤਾਂ ਆਪਣੇ ਗਾਂਧੀ ਜੀ ਦੇ ਵਿਚਾਰ ਤੇ ਬਣੇ ਹੋਏ ਨੇ ਉਹਨਾਂ ਨੂੰ ਤਾਂ ਅਸੀਂ ਗਾਂਧੀਅਨ ਪ੍ਰਿੰਸੀਪਲ ਕਹਿੰਦੇ ਆ। ਸੋਸ਼ਲਿਸਟ ਜਿਹੜੇ ਸਮਾਜ ਦੀ ਭਲਾਈ ਦੇ ਲਈ ਆਉਂਦੇ ਆ, ਲਿਬਰਲ ਜਿਹੜੇ ਲਿਬਰਲ ਲੋਕਾਂ ਦੇ ਬੇਸ ਤੇ ਆਉਂਦੇ ਆ। ਇੱਥੋਂ ਤੱਕ ਤੁਹਾਨੂੰ ਕਲੀਅਰ ਆ? ਆਪਣੇ ਪਾਰਟ 4 ਦੇ ਵਿੱਚ ਨੇ ਆਰਟੀਕਲ 37 ਤੋਂ ਲੈ ਕੇ 51 ਤੱਕ ਇਹ ਆਉਂਦੇ ਆ। ਤਾਂ ਆਪਾਂ ਉਹਨਾਂ ਦਾ ਜਿਹੜਾ ਕੌਂਸਟੀਟਿਊਸ਼ਨ ਆਇਰਿਸ ਦਾ ਉਹ 1937 ਦੇ ਵਿੱਚ ਬਣਿਆ ਸੀ, ਤਾਂ ਉਹਦੇ ਬਾਰੇ ਆਪਾਂ ਗੱਲ ਕਰ ਲਈ। ਓਕੇ, ਤਾਂ ਹੁਣ ਦੇਖੋ ਵੀ ਆਪਣੇ ਜਿਹੜੇ ਡਾਕਟਰ BR ਅੰਬੇਦਕਰ ਜੀ ਸੀਗੇ ਉਹ ਕਹਿੰਦੇ ਸੀ DPSP ਨੂੰ ਨੋਵਲ ਫੀਚਰਸ। ਠੀਕ ਆ, ਤਾਂ ਨੋਵਲ ਫੀਚਰਸ ਕਿਹਨਾਂ ਦੁਆਰਾ ਕਿਹਾ ਗਿਆ? ਅੰਬੇਦਕਰ ਜੀਆਂ ਨੇ ਕਿਹਾ ਇਹਨਾਂ ਨੂੰ। ਤਾਂ ਇਦੋਂ ਬਾਅਦ ਇੱਕ ਆਪਣੇ ਹੋਰ ਸੀਗੇ ਗ੍ਰੈਨਵਿਲ ਔਸਟਿਨ, ਇਹਨਾਂ ਨੇ ਕਿਹਾ ਇਹਨਾਂ ਨੂੰ ਕਨਸਾਇੰਸ ਆਫ ਦ ਕੌਨਸਟੀਟਿਊਸ਼ਨ। ਇੱਥੇ ਗੱਲ ਇਹਨਾਂ ਨੂੰ ਨਹੀਂ ਕਿਹਾ ਸੀ, ਨਾਲ ਇਹ ਫੰਡਾਮੈਂਟਲ ਰਾਈਟਸ ਪਲੱਸ DPSP। ਜੇ ਦੋਨਾਂ ਨੂੰ ਮਿਲਾਈਏ ਤਾਂ ਇਹ ਕਹਿੰਦੇ ਸੀ ਕਨਸਾਇੰਸ ਆਫ ਦਾ ਕੌਨਸਟੀਟਿਊਸ਼ਨ ਆ, ਤੇ ਜਿਹੜੇ ਡਾਕਟਰ BR ਅੰਬੇਦਕਰ ਸੀ ਉਹ ਇਹਨਾਂ ਨੂੰ DPSP ਨੂੰ ਕਹਿੰਦੇ ਸੀ ਨੋਬਲ ਫੀਚਰਸ ਆਫ ਦਾ ਇੰਡੀਅਨ ਕੌਨਸਟੀਟਿਊਸ਼ਨ। ਤਾਂ ਇੱਥੋਂ ਤੱਕ ਤੁਹਾਨੂੰ ਕਲੀਅਰ ਆ ਵੀ ਕਿਹਨੇ ਕਿਹਨੇ ਕੀ ਕਿਹਾ ਇਹਨਾਂ ਨੂੰ। ਤਾਂ ਦੇਖੋ ਇਹ ਜਦੋਂ ਆਪਣੇ ਇੱਥੇ ਪਹਿਲਾਂ ਕਰੇ ਸੀ ਤਾਂ ਇਹ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਸੀਗੇ। ਗਵਰਨਮੈਂਟ ਆਫ ਇੰਡੀਆ ਐਕਟ 1935, ਇਹਦੇ 'ਚ ਜਿਹੜੀਆਂ ਪਾਵਰਾਂ ਸੀਗੀਆਂ ਨਾ ਉਹ ਗਵਰਨਰ ਜਨਰਲ ਦੇ ਕੋਲੇ ਸੀ। ਗਵਰਨਰ ਜਨਰਲ ਆਫ ਇੰਡੀਆ ਜਿਹੜਾ ਇਹਦੇ ਕੋਲੇ ਹੁੰਦੀਆਂ ਸੀ, ਔਰ ਜਿਹੜੇ ਜਨਰਲ ਕਲੋਨੀਆਂ ਦੇ ਹੁੰਦੇ ਸੀ ਇਹਨਾਂ ਦੇ ਕੋਲ ਹੁੰਦੀਆਂ ਸੀ। ਪਰ ਉਦੋਂ ਇਹਨਾਂ ਦਾ ਜਿਹੜਾ ਮਤਲਬ ਸੀਗਾ ਉਹ ਪੁਲਿਸ ਸਟੇਟ ਸਥਾਪਿਤ ਕਰਨਾ ਸੀਗਾ। ਉਦੋਂ ਇਹ ਕਿਹੜੀ ਸਟੇਟ ਚਾਹੁੰਦੇ ਸੀ? ਪੁਲਿਸ ਸਟੇਟ ਚਾਹੁੰਦੇ ਸੀ। ਪਰ ਇਸ ਤੋਂ ਬਾਅਦ ਜਦੋਂ ਹੁਣ ਇਹ ਆਪਣੇ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਆਇਆ, ਹੁਣ ਇਹਨਾਂ ਦਾ ਜਿਹੜਾ ਮਕਸਦ ਆ ਉਹ ਕਿਹੜੀ ਸਟੇਟ ਕਰਨੀ ਆ? ਵੈਲਫੇਅਰ ਸਟੇਟ। ਵੈਲਫੇਅਰ ਸਟੇਟ ਕਿਹੜੀ ਹੁੰਦੀ ਹੈ? ਜਿਹਦੇ 'ਚ ਆਪਾਂ ਲੋਕਾਂ ਦਾ ਭਲਾ ਕਰਦੇ ਹਾਂ, ਜ਼ਿਆਦਾ ਮਤਲਬ ਕਿ ਲੋਕ ਭਲਾਈ ਦੇ ਕੰਮ ਹੁੰਦੇ ਆ, ਉਹਨੂੰ ਅਸੀਂ ਕਿਹੜੀ ਸਟੇਟ ਕਹਿੰਦੇ ਆ? ਵੈਲਫੇਅਰ ਸਟੇਟ ਕਹਿੰਦੇ ਆ। ਇੱਥੋਂ ਤੱਕ ਕਲੀਅਰ ਆ ਵੀ ਨੋਬਲ ਫੀਚਰ ਅੰਬੇਦਕਰ ਜੀ ਕਹਿੰਦੇ ਨੇ, ਔਰ ਕਨਸਾਇੰਸ ਆਫ ਦਾ ਕੌਨਸਟੀਟਿਊਸ਼ਨ ਔਸਟਿਨ ਜੀ ਕਹਿੰਦੇ ਨੇ। ਫੰਡਾਮੈਂਟਲ ਰਾਈਟ ਤੇ DPSP ਨੂੰ ਮਿਲਾ ਕੇ 1935 ਦੇ ਵਿੱਚ ਇਹਦਾ ਪ੍ਰੋਵੀਜ਼ਨ ਹੈਗਾ ਸੀ। ਉਦੋਂ ਪੁਲਿਸ ਸਟੇਟ ਚਾਹੁੰਦੇ ਸੀ ਉਹ, ਪਰ ਜਿਹੜਾ ਹੋਣਾ ਉਹ ਆਪਣੇ ਵੈਲਫੇਅਰ ਸਟੇਟ ਆ। ਤਾਂ ਜਿਹੜਾ ਇਹਦਾ ਕਲਾਸੀਫਾਈਡ ਕਰਤਾ ਆਪਾਂ 3 ਟਾਈਪਸ ਦੇ ਵਿੱਚ, ਉਹ ਉਮੀਦ ਕਰਦੇ ਹਾਂ ਵੀ ਤੁਹਾਨੂੰ ਕਲੀਅਰ ਹੋਏਗਾ। ਤਾਂ ਅੱਗੇ ਦੇਖੋ ਡਾਇਰੈਕਟਿਵ ਬੇਸਡ ਔਨ ਦਾ ਸੋਸ਼ਲਿਸਟ ਪ੍ਰਿੰਸੀਪਲ, ਮਤਲਬ ਕਿ ਸਮਾਜਿਕ ਪ੍ਰਿੰਸੀਪਲ ਦੇ ਆਧਾਰ ਤੇ ਜੇ ਆਪਾਂ ਦੇਖੀਏ ਵੀ ਇਹਦੀ ਗੱਲਬਾਤ ਕਰਦੇ ਹਾਂ, ਤਾਂ ਜਿਹੜੇ ਇਹਦੇ ਫੀਚਰ ਨੇ ਮੇਨ, ਤਾਂ ਇਹਦੇ 'ਚ ਇਹਨਾਂ ਨੇ ਕਿਹਾ ਵੀ ਜਿਹੜੇ ਆਪਣੇ ਸੰਵਿਧਾਨ ਦੇ ਵਿੱਚ ਤੁਸੀਂ ਫੰਡਾਮੈਂਟਲ ਰਾਈਟ ਸਭ ਨੇ ਕੀਤੇ ਹੋਣਗੇ ਉਹ ਆਪਣੇ ਆਰਟੀਕਲ 12 ਤੋਂ ਲੈ ਕੇ 35 ਤੱਕ ਹੁੰਦੇ ਆ। ਓਕੇ, ਤਾਂ ਜਿਹੜਾ 12 ਗਾ ਆਰਟੀਕਲ 12 ਦੇ ਵਿੱਚ ਦੱਸੀਆਂ ਹੋਈਆਂ ਨੇ ਡੈਫੀਨੇਸ਼ਨਾਂ। ਤੁਸੀਂ ਜ਼ਰੂਰ ਸਭ ਨੇ ਡੈਫੀਨੇਸ਼ਨਾਂ ਪੜ੍ਹੀਆਂ ਹੋਣਗੀਆਂ ਵੀ ਉਹਦੇ 'ਚ ਕੀ ਡੈਫੀਨੇਸ਼ਨ ਹੁੰਦੀਆਂ ਨੇ, ਤਾਂ ਸਟੇਟ ਨੂੰ ਕੀ ਡੈਫੀਨੇਸ਼ਨ ਦਿੱਤੀ ਆ, ਤਾਂ ਉਹੀ ਆਪਣੀ ਆਰਟੀਕਲ 36 ਦੇ ਵਿੱਚ ਆ ਸਟੇਟ ਦੀ ਪਾਰਟ। ਇਹਦੇ 'ਚ ਆਪਣੇ ਇਹ 37 ਤੋਂ ਸ਼ੁਰੂ ਹੁੰਦੇ ਆ ਨਾ, ਤਾਂ 37 ਦੇ ਵਿੱਚ ਕੀ ਆ? 37 ਦੇ ਵਿੱਚ ਉਹੀ ਸਟੇਟ ਦੀ ਡੈਫੀਨੇਸ਼ਨ ਦੱਸੀ ਵੀ ਆ, ਉਹ ਤੁਸੀਂ ਦੱਸਣੀ ਹੈ ਵੀ ਤੁਸੀਂ ਆਰਟੀਕਲ 12 ਵੀ ਪੜ੍ਹਿਆ ਹੋਊਗਾ, ਤੁਸੀਂ ਪਹਿਲਾਂ DPSP ਵੀ ਕਲੀਅਰ ਕੀਤੇ ਹੋਣਗੇ, ਤਾਂ ਇਹ ਤੁਹਾਡੇ ਲਈ ਆ ਵੀ ਤੁਸੀਂ ਇਹਦੀ ਸਟੇਟ ਦੀ ਡੈਫੀਨੇਸ਼ਨ ਜਾਂ ਜਿਹੜੀ ਆਰਟੀਕਲ 36 ਔਰ 12 ਦੇ ਵਿੱਚ ਜਿਹੜੀ ਡੈਫੀਨੇਸ਼ਨ ਹੈ ਸਟੇਟ ਦੀ, ਤਾਂ ਉਹ ਤੁਸੀਂ ਦੱਸਣੀ ਆ ਵੀ ਇਹਦੇ 'ਚ ਕਿਹੜੀ ਕਿਹੜੀ ਡੈਫੀਨੇਸ਼ਨ ਆਉਂਦੀ ਆ। ਓਕੇ, ਤਾਂ ਹੁਣ ਦੇਖੋ ਜਿਹੜਾ ਡਾਇਰੈਕਟਿਵ ਬੇਸਡ ਔਨ ਸੋਸ਼ਲਿਸਟ ਪ੍ਰਿੰਸੀਪਲ ਨੇ ਨਾ, ਇਹਦੇ 'ਚ ਆਪਣੇ ਆਰਟੀਕਲ 38, ਤਾਂ ਅੱਜ ਤੋਂ ਪਹਿਲਾਂ ਆਰਟੀਕਲ ਆਪਾਂ 37 ਦੀ ਗੱਲ ਕਰੀਏ। ਆਰਟੀਕਲ 37 ਆ ਜਿਹੜਾ, ਆਰਟੀਕਲ 37 ਇਹ ਗੱਲ ਕਹਿੰਦਾ ਵੀ ਨਾ ਤਾਂ ਇਹ ਜਸਟਿਸੇਬਲ ਨੇ, ਠੀਕ ਆ, ਤਾਂ ਐਪਲੀਕੇਸ਼ਨ ਦੱਸਦਾ ਇਹਦੀਆਂ। ਤਾਂ ਇਹਦੇ 'ਚ ਇਹ ਕਹਿੰਦੇ ਆ ਆਰਟੀਕਲ ਜਿਹੜਾ ਆਪਣਾ 37 ਆ ਨਾ, ਤਾਂ ਇਹਦੇ 'ਚ ਕਿਹਾ ਵੀ ਮਤਲਬ ਸਰਕਾਰ ਜਦੋਂ ਲਾਅ ਬਣਾਊਗੀ ਤਾਂ ਇੱਕ ਵਾਰ ਇਹਨਾਂ ਨੂੰ ਜ਼ਰੂਰ ਦੇਖ ਲੇ, ਤਾਂ ਇਹ ਸਟੇਟ ਦੀ ਚਾਹੇ ਲੋਕਲ ਲੈਵਲ ਦੀ ਹੁੰਦੀ ਹੈ, ਚਾਹੇ ਸਟੇਟ ਦੀ ਆ, ਚਾਹੇ ਯੂਨੀਅਨ ਗਵਰਨਮੈਂਟ ਆ, ਤਾਂ ਇੱਕ ਵਾਰ ਉਹਨਾਂ ਨੂੰ ਦੇਖਣ ਦਾ ਇਹ ਫਰਜ਼ ਬਣਦਾ। ਆਰਟੀਕਲ 37 ਆ ਜਿਹੜਾ। ਤਾਂ ਆਰਟੀਕਲ 38 ਕਹਿੰਦਾ ਵੈਲਫੇਅਰ ਸਟੇਟ। ਆਰਟੀਕਲ ਇਹ ਕਹਿੰਦਾ ਵੈਲਫੇਅਰ ਸਟੇਟ ਬਾਏ ਸਿਕਿਉਰ ਸੋਸ਼ਲ, ਮਤਲਬ ਇਹਦੇ 'ਚ ਆਪਣਾ ਸੋਸ਼ਲ, ਇਕਨੋਮਿਕ, ਪੋਲੀਟੀਕਲ, ਤਾਂ ਇਹ ਜਿਹੜੇ ਆਪਣੇ ਜਸਟਿਸ ਹੁੰਦਾ ਇਨਸਾਫ। ਬਸ ਤੁਸੀਂ ਯਾਦ ਰੱਖਣਾ ਵੀ ਸੋਸ਼ਲ, ਇਕਨੋਮਿਕ ਅਤੇ ਪੋਲੀਟੀਕਲ ਜਿਹੜਾ ਇਨਸਾਫ ਆ ਉਹ ਸਾਡਾ ਆਰਟੀਕਲ 38 ਦੇ ਵਿੱਚ ਆ, ਅਤੇ ਇਹ ਮਿਨੀਮਾਈਜ਼ ਕਰਦਾ ਇਨਇਕੁਅਲਿਟੀ, ਅਸਮਾਨਤਾ ਨੂੰ ਮਿਨੀਮਾਈਜ਼ ਕਰਦਾ ਇਨਕਮ ਸਟੇਟਸ, ਓਪਰਚੁਨਿਟੀ ਵਗੈਰਾ ਵਗੈਰਾ ਦੇ ਮੁੱਦਿਆਂ 'ਤੇ। ਓਕੇ,
ਤਾਂ ਆਰਟੀਕਲ ਜਿਹੜਾ 38 ਆ ਉਹ ਆਪਣਾ ਆਪਾਂ ਨੂੰ ਦਿੰਦਾ ਸੋਸ਼ਲ, ਇਕਨੋਮਿਕ ਤੇ ਪੋਲੀਟੀਕਲ ਜਿਹੜੇ ਆਪਣੇ ਰਾਈਟ ਨੇ। ਓਕੇ, ਤਾਂ ਇਸ ਤੋਂ ਬਾਅਦ ਦੇਖੋ ਆਪਣਾ ਆਉਂਦਾ ਆਰਟੀਕਲ 39। ਤਾਂ ਇਹ ਕਰਦਾ ਆਪਣੇ ਸਿਟੀਜ਼ਨ ਨੂੰ ਸਿਕਿਉਰ। ਤਾਂ ਇਹਨੂੰ ਆਪਾਂ ਜਿਹੜਾ ਡਿਵਾਈਡ ਕਰਦੇ ਨਾ ਉਹ 6 ਇਹਦੇ ਅੱਗੇ ਸਬ ਕਲੌਜ਼ ਨੇ। ਤਾਂ 6 ਸਬ ਕਲੌਜ਼ ਇਹਦੇ 'ਚ ਕਿਹੜੇ ਕਿਹੜੇ ਨੇ, ਜਿਵੇਂ ਕਿ 39A। ਤਾਂ 39A ਦੇ ਵਿੱਚ ਆ ਲੈਵਲੀਹੁੱਡ ਫॉर ਆਲ ਸਿਟੀਜ਼ਨ, ਠੀਕ ਆ। ਤਾਂ ਆਹ ਵਾਲਾ 39A ਆ। ਤਾਂ ਫਿਰ ਇਸ ਤੋਂ ਬਾਅਦ ਜਿਹੜਾ 39B ਆ ਤਾਂ ਉਹਦੇ 'ਚ ਹੈਗਾ ਗਾ ਵੀ ਬਰਾਬਰ ਡਿਸਟਰੀਬਿਊਸ਼ਨ ਕਰਨਾ, ਜਿੰਨੇ ਵੀ ਰਿਸੋਰਸ ਨੇ ਜਾਂ ਕਾਮਨ ਗੁੱਡਸ ਨੇ ਤਾਂ ਉਹਨਾਂ ਦਾ ਜਿਹੜਾ ਬਰਾਬਰ ਵਿਤਰਨ ਕਰਨਾ। ਆਹ ਆਪਣਾ B ਆ, ਆਹ ਆਪਣਾ A ਆ। ਤਾਂ ਇਸ ਤੋਂ ਬਾਅਦ ਜਿਹੜਾ C ਆ ਉਹ ਹੈਗਾ ਪ੍ਰੀਵੈਂਸ਼ਨ ਆਫ ਕੰਸੈਂਟਰੇਸ਼ਨ। ਇਹ ਨਾ ਹੋਵੇ ਵੀ ਕੋਈ ਇੱਕ ਹੀ ਬੰਦਾ ਹੈ ਨਾ ਸਾਰਾ ਪੈਸਾ ਟਕਾ ਜਿਹੜਾ ਸੰਪੱਤੀ ਆ ਉਹਨੂੰ ਮਤਲਬ ਪ੍ਰੋਡਕਸ਼ਨ ਦੇ ਲਈ ਇੱਕ ਜਗ੍ਹਾ 'ਤੇ ਹੀ ਕਰਕੇ ਰੱਖੀ ਚੱਲੇ। ਤਾਂ ਇਕੁਅਲ ਪੇ ਫॉर ਇਕੁਅਲ ਵਰਕ। ਤਾਂ ਜਿਹੜਾ D ਆ ਇਹ ਤੁਸੀਂ ਵੈਰੀ ਵੈਰੀ ਇੰਪੋਰਟੈਂਟ ਆ, ਇਹਨੂੰ ਤੁਸੀਂ ਧਿਆਨ ਦੇਣਾ। ਇਹ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਪੁੱਛਿਆ ਜਾ ਸਕਦਾ ਵੀ ਇਕੁਅਲ ਪੇ ਫॉर ਇਕੁਅਲ ਵਰਕ, ਕਿਉਂਕਿ ਇਹ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹਿੰਦਾ। ਕਈ ਵਾਰ ਤਾਂ ਜਿਵੇਂ ਹੁੰਦਾ ਆਪਣੇ ਸੇਮ ਕੰਮ ਦੇ ਲਈ ਮੁੰਡੇ ਨੂੰ ਤਨਖਾਹ ਜ਼ਿਆਦਾ ਹੁੰਦੀ ਹੈ, ਉਹ ਸੇਮ ਕੰਮ ਦੇ ਲਈ ਕੁੜੀ ਨੂੰ ਤਨਖਾਹ ਘੱਟ ਦਿੱਤੀ ਜਾਂਦੀ ਆ। ਤਾਂ ਇਹਨਾਂ ਦੇ ਕਰਕੇ ਜਿਹੜੇ ਪ੍ਰੋਟੈਸਟ ਨੇ ਉਹ ਹਮੇਸ਼ਾ ਹੀ ਆਪਣੇ ਚੱਲਦੇ ਰਹਿੰਦੇ ਨੇ, ਧਰਨੇ ਵਗੈਰਾ ਚੱਲਦੇ ਰਹਿੰਦੇ ਆ, ਤਾਂ ਕਰਕੇ ਖਬਰਾਂ ਦੇ ਵਿੱਚ ਰਹਿੰਦਾ। ਤਾਂ ਤੁਸੀਂ ਦੇਖਣਾ ਵੀ ਇਕੁਅਲ ਪੇ ਫॉर ਇਕੁਅਲ ਵਰਕ। ਤਾਂ ਇਹ ਕਾਹਦੇ 'ਚ ਗੱਲ ਕੀਤੀ ਜਾਂਦੀ ਹੈ, ਆਪਣੇ DPSP ਦੇ ਆਰਟੀਕਲ 39 ਸਬ ਕਲੌਜ਼ D। ਤਾਂ ਇਹਦੇ 'ਚ ਆਪਣਾ ਇਕੁਅਲ ਪੇ ਫॉर ਇਕੁਅਲ ਵਰਕ ਦੀ ਗੱਲ ਕੀਤੀ ਜਾਂਦੀ ਆ। ਤੇ ਇਸ ਤੋਂ ਬਾਅਦ 39 ਜਿਹੜਾ E ਆ ਇਹਦੇ 'ਚ ਆ ਪ੍ਰੋਟੈਕਸ਼ਨ ਆਫ ਦਾ ਸਟਰੈਂਥ ਐਂਡ ਹੈਲਥ ਆਫ ਦਾ ਵਰਕਰਸ। ਤਾਂ ਜਿਹੜੇ ਵਰਕਰ ਨੇ ਉਹਨਾਂ ਦੀ ਸਟਰੈਂਥ ਤੇ ਹੈਲਥ ਦੇ ਬਾਰੇ ਗੱਲ ਕੀਤੀ ਗਈ ਹੈ ਵੀ ਵਰਕਰ ਦੀ ਹੈਲਥ ਆ ਜਿਹੜੀ ਉਹ ਕਿਵੇਂ ਦੀ ਰਹੂਗੀ। ਤੇ ਜਿਹੜੀ F ਆ ਇਹਦੇ 'ਚ ਅਪਰਚੂਨਿਟੀ ਫॉर ਹੈਲਥੀ ਡਿਵੈਲਪਮੈਂਟ ਆਫ ਚਿਲਡਰਨ। ਤਾਂ ਚਿਲਡਰਨ ਦੇ ਬਾਰੇ ਇੱਕ ਵਧੀਆ ਜਿਹੜੇ ਮੌਕੇ ਨੇ ਜਾਂ ਜਿਹੜੀ ਸਿਹਤ ਆ ਉਹਨਾਂ ਦੀ ਉਹਦੇ ਬਾਰੇ ਵਧੀਆ ਪ੍ਰਦਾਨ ਕਰਨੀ। ਤਾਂ ਇਹ ਸੀ ਆਪਣੇ ਜਿਹੜਾ ਆਰਟੀਕਲ ਆਪਾਂ 38 ਤੇ 39 ਦੀ ਗੱਲ ਕੀਤੀ ਆ। ਤਾਂ ਇਸ ਤੋਂ ਪਹਿਲਾਂ ਜੇ ਆਪਾਂ ਨੂੰ ਗੱਲ ਕਰਨੀ ਆ ਵੀ ਜਿਹੜੇ ਇਹਦੇ 'ਚ ਆਪਣੇ ਆਰਟੀਕਲ ਨੇ ਨਾ ਕਿਹੜੇ ਕਿਹੜੇ ਆਉਂਦੇ ਨੇ, ਜਿਵੇਂ ਆਪਣੇ ਸੋਸ਼ਲਿਸਟ ਦੇ ਵਿੱਚ ਆਉਂਦੇ ਆ ਆਰਟੀਕਲ 38 ਆ, 39 ਆ, 41 ਆ, 42 ਆ ਔਰ 43 ਆ, 43A ਆ ਐਂਡ 47 ਆ। ਤਾਂ ਇਹ ਆਰਟੀਕਲ ਨੇ ਜਿਹੜੇ ਆਪਾਂ ਇਹਦੇ 'ਚ ਪੜ੍ਹਨੇ ਆ। ਤਾਂ ਆਰਟੀਕਲ 39 ਦੀ ਤਾਂ ਤੁਸੀਂ ਕਲੀਅਰ ਆ ਤੁਹਾਨੂੰ। ਤਾਂ ਇਸ ਤੋਂ ਬਾਅਦ 39A ਇਹ ਬਾਅਦ ਦੇ ਵਿੱਚ ਜੋੜਿਆ ਗਿਆ, ਉਹ ਆਪਾਂ ਦੇਖਾਂਗੇ ਅੱਗੇ। ਤਾਂ ਜਿਹੜਾ 39A ਆ ਨਾ ਆਰਟੀਕਲ ਇਹ ਤੋਂ ਬਾਅਦ ਦੇ ਵਿੱਚ ਐਡ ਕੀਤਾ ਗਿਆ ਸੀਗਾ 42ਵੀਂ ਅਮੈਂਡਮੈਂਟ ਦੇ ਨਾਲ। ਤਾਂ 42ਵੀਂ ਅਮੈਂਡਮੈਂਟ ਦੇ ਬਾਰੇ ਵੀ ਆਪਾਂ ਪਾਈ ਸੀਗੀ ਤੇ ਵੀ ਇਹਨੂੰ ਮਿਨੀ ਕੌਂਸਟੀਟਿਊਸ਼ਨ ਕਿਹਾ ਜਾਂਦਾ 1976 ਦੇ ਵਿੱਚ ਸੀ। ਤਾਂ ਇਹਦੇ 'ਚ ਸੀਗੀ ਫ੍ਰੀ ਲੀਗਲ ਏਡ। ਓਕੇ, ਤਾਂ ਅੱਗੇ ਦੇਖੋ ਆਰਟੀਕਲ ਜਿਹੜਾ 41 ਆ। ਤਾਂ ਆਰਟੀਕਲ 41 ਦੇ ਵਿੱਚ ਕੀ ਆ, ਰਾਈਟ ਟੂ ਸਿਕਿਉਰ ਕਰਦਾ ਰਾਈਟ ਟੂ ਵਰਕ, ਐਜੂਕੇਸ਼ਨ, ਪਬਲਿਕ ਅਸਿਸਟੈਂਸ ਇਨ ਕੇਸ ਆਫ ਦਾ ਅਨਇੰਪਲੋਇਮੈਂਟ, ਓਲਡ ਏਜ, ਸਿਕਨੈਸ, ਡਿਸੇਬਿਲਿਟੀ। ਬਸ ਇਹਦੇ ਤੁਸੀਂ ਯਾਦ ਰੱਖੋ ਵੀ ਰਾਈਟ ਟੂ ਵਰਕ, ਐਜੂਕੇਸ਼ਨ। ਇਹ ਆਰਟੀਕਲ 41 ਦੇ ਵਿੱਚ ਨੇ। ਆਰਟੀਕਲ 42। ਤਾਂ ਹੁਣ ਜਿਹੜਾ ਆਰਟੀਕਲ ਆਪਣਾ 42 ਆ ਇਹ ਸਿਕਿਉਰ ਕਰਦਾ ਜਸਟ ਐਂਡ ਹਿਊਮਨ ਕੰਡੀਸ਼ਨ ਆਫ ਵਰਕ ਐਂਡ ਮੈਟਰਨਿਟੀ ਰਿਲੀਫ। ਮੈਟਰਨਿਟੀ ਮਤਲਬ ਕਿ ਰਿਲੀਫ ਵਗੈਰਾ ਜਿਹੜੀ ਉਹ ਤਾਂ ਉਹ ਇਹਦੇ 'ਚ ਹੁੰਦੀ ਹੈ, ਜਿਵੇਂ ਕਿ ਗਰਭ ਅਵਸਥਾ ਦੇ ਵਿੱਚ ਛੁੱਟੀ ਵਗੈਰਾ ਦਿੰਦੇ ਆ ਨਾ, ਤਾਂ ਉਹਨਾਂ ਦੇ ਲਈ ਆਪਣਾ ਆਰਟੀਕਲ 42 ਆ। ਤੇ ਜਿਹੜਾ ਆਰਟੀਕਲ 43 ਆ, ਜਿਹੜਾ ਆਪਣਾ ਆਰਟੀਕਲ 43 ਆ ਇਹ ਸਿਕਿਉਰ ਕਰਦਾ ਆਲ ਵਰਕਰਸ ਲਿਵਿੰਗ ਬੇਸ, ਉਹਨਾਂ ਦੇ ਜਿਹੜੇ ਭੱਤੇ ਨੇ ਐਂਡ ਡਿਸੈਂਟ ਸਟੈਂਡਰਡ ਆਫ ਲਾਈਫ। ਤਾਂ ਉਹਨਾਂ ਦੇ ਜਿਹੜੇ ਬੇਜਸ ਨੇ ਨਾ ਭੱਤੇ ਨੇ ਤਾਂ ਉਹਨਾਂ ਦੇ ਬਾਰੇ ਗੱਲ ਕਰਦਾ। ਤੇ ਇਸ ਤੋਂ ਬਾਅਦ ਇੱਕ 43A ਆਰਟੀਕਲ ਇਹਦੇ ਵਿੱਚ ਹੀ ਜੋੜਿਆ ਗਿਆ 43A। ਜਿਹੜਾ 43A ਜੋੜਿਆ ਇਹ ਵੀ ਆਪਣਾ ਜੋੜਿਆ ਸੀ 42ਵੀਂ CAA, ਮਤਲਬ ਉਹੀ 42ਵੀਂ ਸੋਧ ਨਾਲ ਕੀਤਾ ਸੀ। ਤਾਂ ਇਹਦੇ 'ਚ ਕਿਹਾ ਉਹਨਾਂ ਨੇ ਪਾਰਟੀਸਪੇਸ਼ਨ ਆਫ ਵਰਕਰਸ ਇਨ ਮੈਨੇਜਮੈਂਟ ਆਫ ਇੰਡਸਟਰੀ। ਤਾਂ ਜਿਹੜੇ ਵਰਕਰ ਨੇ ਮੈਨੇਜਮੈਂਟ ਦੇ ਵਿੱਚ ਉਹਨਾਂ ਦਾ ਭਾਗ ਹਿੱਸੇਦਾਰੀ ਬਣੇ। ਤਾਂ ਇਸ ਤੋਂ ਬਾਅਦ ਇੱਕ ਜੋੜਿਆ ਗਿਆ 43B। ਇਹਦੇ 'ਚ ਆਪਣੇ ਦੋ ਜੋੜੇ ਗਏ 43B। ਤਾਂ ਇਹ ਜੋੜਿਆ ਗਿਆ ਸੀ ਆਪਣਾ 97th CAA। ਤਾਂ ਇਹ ਵਾਲੀ ਹੁੰਦੀ ਆ 2011 ਦੇ ਵਿੱਚ। ਓਕੇ, ਤਾਂ ਇਹਦੇ 'ਚ ਸੀਗਾ ਪ੍ਰਮੋਸ਼ਨ ਆਫ ਕੋਆਪਰੇਸ਼ਨ ਸੁਸਾਇਟੀ। ਤਾਂ ਸੁਸਾਇਟੀਆਂ ਨੂੰ ਲੈ ਕੇ ਸੀਗੀ ਇਹ 2011 ਦੇ ਵਿੱਚ। ਤੇ ਆ ਤੁਹਾਨੂੰ ਆਰਟੀਕਲ 43A 43B ਕਿਹੜੀ ਕਿਹੜੀ ਅਮੈਂਡਮੈਂਟ ਨਾਲ ਜੋੜੇ, ਬਸ ਕਲੀਅਰ ਆ। ਤਾਂ ਇਸ ਤੋਂ ਬਾਅਦ ਦੇਖੋ ਆਰਟੀਕਲ ਆ ਜਿਹੜਾ ਆਪਣਾ 47 ਇਹਦੇ 'ਚ ਸੀਗਾ ਰੇਜ਼ ਕਰਨਾ ਲੈਵਲ ਆਫ ਨਿਊਟ੍ਰੀਸ਼ਨ ਐਂਡ ਸਟੈਂਡਰਡ ਆਫ ਲਿਵਿੰਗ ਪੀਪਲ ਐਂਡ ਇੰਪਰੂਵ ਪਬਲਿਕ ਹੈਲਥ। ਤਾਂ ਮਤਲਬ ਇਹਦੇ 'ਚ ਨਿਊਟ੍ਰੀਸ਼ਨ ਜਿਹੜਾ ਉਹਨੂੰ ਆਪਾਂ ਵਧੀਆ ਕਰਨਾਗਾ ਔਰ ਸਟੈਂਡਰਡ ਆਫ ਲਿਵਿੰਗ ਆ ਜਿਹੜਾ ਉਹਨੂੰ ਆਪਾਂ ਉੱਚਾ ਚੁੱਕਣਾਗਾ। ਤਾਂ ਇਹ ਤਾਂ ਸੀਗੇ ਆਪਣੇ ਸੋਸ਼ਲਿਸਟ ਪ੍ਰਿੰਸੀਪਲ ਸੀਗੇ। ਉਮੀਦ ਕਰਦੇ ਹਾਂ ਵੀ ਤੁਹਾਨੂੰ ਸੋਸ਼ਲਿਸਟ ਪ੍ਰਿੰਸੀਪਲ ਨੇ ਜਿਹੜੇ ਉਹ ਕਲੀਅਰ ਹੋਣਗੇ। ਤਾਂ ਇਸ ਤੋਂ ਬਾਅਦ ਦੇਖੋ ਆਪਾਂ ਗੱਲ ਕਰਦੇ ਹਾਂ ਤੇ ਗਾਂਧੀਅਨ ਪ੍ਰਿੰਸੀਪਲਸ ਦੀ।
ਤਾਂ ਹੁਣ ਜਿਹੜੇ ਗਾਂਧੀਅਨ ਪ੍ਰਿੰਸੀਪਲ ਸੀਗੇ ਉਹਦੇ 'ਚ ਦੇਖੋ ਆਰਟੀਕਲ 40 ਤਾਂ ਸਟੇਟ ਆਰਗੇਨਾਈਜ਼ ਵਿਲੇਜ ਪੰਚਾਇਤ ਤਾਂ ਮਤਲਬ ਕਿ ਜਿਹੜੀ ਸਟੇਟ ਆ ਉਹ ਚਾਹੇ ਤਾਂ ਵਿਲੇਜ ਪੰਚਾਇਤ ਆ ਜਿਹੜੀ ਉਹ ਬਣਾ ਸਕਦੀ ਆ ਆਪਦੇ ਸੈਲਫ ਲੋਕਲ ਲੈਵਲ ਗਵਰਨਮੈਂਟ ਦੇ ਲੋਕਲ ਸੈਲਫ ਗਵਰਨਮੈਂਟ ਦੇ ਲਈ ਆਰਟੀਕਲ 40 ਦੇ ਥਰੂ। ਤਾਂ ਇਹ ਆਪਣਾ ਪੰਚਾਇਤੀ ਰਾਜ ਸਿਸਟਮ ਪੜ੍ਹਦੇ ਹੋ ਜਦੋਂ ਤੁਸੀਂ ਤਾਂ ਉਹਦੇ ਵਿੱਚ ਇਹ ਕੁਐਸਚਨ ਆਉਂਦਾ ਵੀ ਆਪਣੀ ਜਿਹੜੀ ਪੰਚਾਇਤਾਂ ਦੇ ਨਾਲ ਆਪਣੇ ਰਿਲੇਟਡ ਆਰਟੀਕਲ ਅਮੈਂਡਮੈਂਟ ਹੋਈਆਂ ਨੇ 73rd ਨੰਬਰ ਹੋਈ ਹੈ 74th ਹੋਈ ਹੈ 1992 ਦੇ ਵਿੱਚ ਹੈ ਨਾ। ਤਾਂ ਇਹਦੇ ਵਿੱਚ ਜਿਹੜੀਆਂ ਹੋਈਆਂ ਸੀ ਤਾਂ ਇਹ ਆਪਣੇ ਪਿੰਡ ਦੀ ਪੰਚਾਇਤ ਲਈ ਸੀ ਆਪਣੀ ਸ਼ਹਿਰਾਂ ਦੀ ਮਿਊਨਿਸਪੈਲਿਟੀ ਲਈ ਸੀਗੀਆਂ। ਤਾਂ ਇਹਦੇ ਵਿੱਚ ਜਦੋਂ ਇਹ ਹੋਈਆਂ ਤਾਂ ਇਹ ਤੋਂ ਪਹਿਲਾਂ ਆਪਣੇ ਸੰਵਿਧਾਨ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਸੀ ਤਾਂ ਉਹ ਆਰਟੀਕਲ 40 ਦੇ ਵਿੱਚ ਪਾ ਕੇ ਛੱਡਤਾ ਸੀ ਕਿਉਂਕਿ ਅੱਧੇ ਤਾਂ ਕਹਿੰਦੇ ਸੀਗੇ ਵੀ ਸਾਡੀ ਸਟੇਟ ਦੇ ਵਿੱਚ ਚਾਹੀਦੀਆਂ ਤਾਂ ਕੁਛ ਕੁ ਕਹਿੰਦੇ ਸੀ ਵੀ ਨਹੀਂ ਚਾਹੀਦੀਆਂ। ਪਰ ਜਿਹੜੇ ਗਾਂਧੀ ਜੀ ਸੀਗੇ ਤਾਂ ਉਹ ਕਹਿੰਦੇ ਸੀ ਵੀ ਪੰਚਾਇਤ ਪਿੰਡ ਦੇ ਲੋਕਲ ਲੈਵਲ 'ਤੇ ਹੋਣੀ ਚਾਹੀਦੀ ਆ। ਤਾਂ ਫਿਰ ਜਿਹੜੇ ਅੰਬੇਦਕਰ ਜੀ ਸੀਗੇ ਉਹ ਨਹੀਂ ਮੰਨੇ ਤਾਂ ਫਿਰ ਇਹਨਾਂ ਨੇ ਕੀ ਕੀਤਾ ਜਿਹੜਾ ਆਪਣਾ ਵਿਲੇਜ ਪੰਚਾਇਤ ਦਾ ਕੰਸੈਪਟ ਸੀ ਉਹ ਆਰਟੀਕਲ 40 ਦੇ ਵਿੱਚ ਪਾਤਾ DPSP ਕਿਉਂਕਿ ਇਹਦੇ 'ਚ ਸਟੇਟ ਦੀ ਮਰਜ਼ੀ ਹੁੰਦੀ ਆ ਵੀ ਜੇ ਉਹ ਚਾਹੇ ਸਟੇਟ ਦੇ ਭਲਾ ਕਰਨ ਦੇ ਲਈ ਜਾਂ ਮਤਲਬ ਉਹਨਾਂ ਨੂੰ ਲੱਗੇ ਇੰਪਰੂਵਮੈਂਟ ਕਰਨੀ ਆ ਤਾਂ ਉਹ ਇਹਨਾਂ ਨੂੰ ਲਾਗੂ ਕਰ ਸਕਦੀ ਹੁੰਦੀ ਹੈ ਸਟੇਟ ਕੋਈ ਵੀ ਆ। ਤਾਂ ਕਰਕੇ ਇਹਦਾ ਨਾਮ ਹੀ ਆ ਡਾਇਰੈਕਟਿਵ ਬੇਸਡ ਮਤਲਬ ਕਿ ਆਪਣਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਤਾਂ ਆਰਟੀਕਲ 40 ਦੇ ਵਿੱਚ ਵਿਲੇਜ ਪੰਚਾਇਤ ਦਾ ਕੰਸੈਪਟ ਪਹਿਲਾਂ ਹੀ ਪਾ ਦਿੱਤਾ ਗਿਆ ਸੀ। ਤਾਂ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਵਿੱਚ ਪਹਿਲੀ ਵਾਰ ਪੰਚਾਇਤ ਬਣ ਚੁੱਕੀ ਸੀ 1959 ਦੇ ਵਿੱਚ ਹੀ। ਓਕੇ, ਫਿਰ ਇਹ ਤੋਂ ਬਾਅਦ 'ਚ ਤਾਂ ਹੋਰ ਕਾਫੀ ਜਗ੍ਹਾ 'ਤੇ ਬਣ ਗਈਆਂ ਪਰ ਜਿਹੜਾ ਸੰਵਿਧਾਨਕ ਦਰਜਾ ਮਿਲਿਆ ਉਹ ਆਪਣਾ 1992 73ਵੀਂ ਅਤੇ 74ਵੀਂ ਸੋਧ ਦੇ ਨਾਲ ਮਿਲਿਆ। ਤਾਂ ਆਰਟੀਕਲ 40 ਤਾਂ ਕਲੀਅਰ ਹੋ ਗਿਆ ਹੋਊਗਾ ਵੀ ਵਿਲੇਜ ਪੰਚਾਇਤ ਨਾਲ ਰਿਲੇਟਡ ਆ। ਆਰਟੀਕਲ 43 ਤਾਂ ਇਸ ਤੋਂ ਬਾਅਦ ਆਉਂਦਾ ਆਪਣਾ ਆਰਟੀਕਲ 43 ਤਾਂ ਇਹਦੇ 'ਚ ਆਉਂਦਾ ਪ੍ਰਮੋਟ ਕਾਟੇਜ ਇੰਡਸਟਰੀਜ਼ ਇੰਡੀਵਿਜੂਅਲ ਕੋਆਪਰੇਟਿਵ ਬੇਸਡ ਇਨ ਦਾ ਰੂਰਲ ਏਰੀਆਜ਼। ਤਾਂ ਕਾਟੇਜ ਇੰਡਸਟਰੀ ਜਿਵੇਂ ਗਾਂਧੀ ਜੀ ਆਪਣੇ ਕਹਿੰਦੇ ਸੀਗੇ ਵੀ ਮਤਲਬ ਕਿ ਜਿਹੜੀਆਂ ਇੰਡਸਟਰੀ ਨੇ ਉਹ ਲੋਕਲ ਲੈਵਲ 'ਤੇ ਹੋਣੀਆਂ ਚਾਹੀਦੀਆਂ। ਤਾਂ 43B ਕਹਿੰਦੇ ਸੀ ਤਾਂ ਵਲੰਟਰੀ ਫਾਰਮੇਸ਼ਨ ਆਟੋਨੋਮੀਅਸ ਤੇ ਉਹਨਾਂ ਨੂੰ ਮਤਲਬ ਕਿ ਜਿੰਨੇ ਆਪਣੇ ਗਾਂਧੀ ਜੀ ਵਾਲੇ ਵਿਚਾਰ ਸੀਗੇ ਉਹ ਸਾਰੇ ਇਹਦੇ 'ਚ ਆ ਜਾਂਦੇ ਆ। ਆਰਟੀਕਲ 46 ਆ ਤਾਂ ਇਹਦੇ 'ਚ ਪ੍ਰਮੋਟ ਕੀਤੀ ਐਜੂਕੇਸ਼ਨਲ ਐਂਡ ਇਕਨੋਮਿਕ ਇੰਟਰਸਟ ਆਫ SC ST ਐਂਡ ਅਦਰ ਵੀਕਰ ਸੈਕਸ਼ਨ ਆਫ ਦਾ ਸੁਸਾਇਟੀ ਐਂਡ ਟੂ ਪ੍ਰੋਟੈਕਟ ਦੈਮ ਫਰੋਮ ਦਾ ਸੋਸ਼ਲ ਇਨਜਸਟਿਸ ਐਂਡ ਐਕਸਪਲੋਇਟੇਸ਼ਨ। ਤਾਂ ਇਹਦੇ 'ਚ ਉਹਨਾਂ ਨੂੰ SC ਤੇ ST ਨੇ ਜਿਹੜੇ ਉਹਨਾਂ ਨੂੰ ਐਕਸਪਲੋਇਟੇਸ਼ਨ ਤੋਂ ਬਚਾਉਣ ਦੀ ਗੱਲਬਾਤ ਕੀਤੀ ਗਈ ਵੀ ਸਰਕਾਰ ਕਰ ਸਕਦੀ ਆ। ਤਾਂ ਆਰਟੀਕਲ 47 ਤਾਂ ਸਟੇਟ ਇੰਪਰੂਵ ਪਬਲਿਕ ਹੈਲਥ ਤਾਂ ਇਹਦੇ 'ਚ ਵੀ ਪਬਲਿਕ ਹੈਲਥ ਜਿਹੜੀ ਇੰਪਰੂਵ ਕਰੋ ਐਂਡ ਪ੍ਰੋਹਿਬਿਟਡ ਕੰਜੈਪਸ਼ਨ ਆਫ ਦਾ ਡਰਿੰਕਸ ਵਗੈਰਾ ਨਹੀਂ ਹੁੰਦੀਆਂ ਜਿਵੇਂ ਕਿ ਡਰੱਗ ਵਗੈਰਾ ਨੇ ਤਾਂ ਇਹਦੇ ਲਈ ਆ ਵੀ ਵੈਰੀ ਇੰਪੋਰਟੈਂਟ ਆ। ਤਾਂ ਆਰਟੀਕਲ 47 ਤਾਂ ਕਿਹੜਾ ਆਰਟੀਕਲ ਹੈ ਇਹਦੇ 'ਚ UPSC ਦੇ ਵਿੱਚ ਤਾਂ ਆਲਰੇਡੀ ਕੁਐਸਚਨ ਆਏ ਹੋਏ ਨੇ ਵੀ ਆਰਟੀਕਲ 47 ਇਹਨਾਂ ਦੇ ਵਿੱਚੋਂ ਕਿਹੜਾ ਆਰਟੀਕਲ ਆ ਵੀ ਜਿਹੜਾ ਡਰੱਗ ਨੂੰ ਲੈਣ ਤੋਂ ਆਪਣਾ ਮਤਲਬ ਕਿ ਰੋਕ ਲਾਉਂਦਾ ਤੇ DPSP ਦੇ ਵਿੱਚ ਆ। ਤਾਂ ਆਰਟੀਕਲ 47 ਆ ਤਾਂ ਕਿਹੜਾ ਗਾ ਜਿਹੜਾ ਵਿਲੇਜ ਪੰਚਾਇਤ ਨੂੰ ਲੈ ਕੇ ਪੰਚਾਇਤੀ ਰਾਜ ਸਿਸਟਮ ਦੇ ਵਿੱਚ ਵੀ ਆਉਂਦਾ ਤਾਂ ਵੀ ਕਿਹੜਾ ਗਾ ਕਿ ਵੀ ਜਿਹੜਾ ਹੈ ਨਾ ਪਿੰਡ ਦੀ ਪੰਚਾਇਤ ਵੀ ਆਪਾਂ ਬਣਾ ਸਕਦੇ ਹਾਂ ਲੋਕਲ ਲੈਵਲ 'ਤੇ ਸੈਲਫ ਗਵਰਨਮੈਂਟ ਬਣਾ ਸਕਦੇ ਹਾਂ। ਤਾਂ ਆਰਟੀਕਲ 40 ਦੇ ਵਿੱਚ ਪਹਿਲਾਂ ਲਿਖਿਆ ਵਾ ਸੀਗਾ ਤੇ SC ਤੇ ST ਨੂੰ ਕਿਹੜਾ ਆਰਟੀਕਲ ਜਿਹੜਾ ਐਵੇਂ ਬਚਾਉਂਦਾ ਉਹ ਤਾਂ ਆਪਾਂ ਜਿਹੜੇ ਇਦੋਂ ਬਾਅਦ ਵਾਲੇ ਨੇ ਆਪਣੇ ਕਮਿਸ਼ਨ ਬਣੇ ਹੋਏ ਆ ਉਹਨਾਂ ਦੀ ਗੱਲ ਨਹੀਂ ਕਰ ਰਹੇ ਇੱਥੇ ਆਪਾਂ DPSP ਦੀ ਗੱਲ ਕਰ ਰਹੇ ਹਾਂ। ਤਾਂ ਇਹਦੋਂ ਬਾਅਦ ਆਰਟੀਕਲ 48 ਆ ਤਾਂ ਇਹ ਸਲੋਟਰ ਜਿਹੜੇ ਆਪਣੇ ਨਹੀਂ ਲੱਗੇ ਹੁੰਦੇ ਕਾਓ ਵਗੈਰਾ ਨੂੰ ਖਤਮ ਕਰਨ ਦੇ ਲਈ RA ਲਾ ਦਿੰਦੇ ਨੇ। ਤਾਂ ਇਹ ਆਰਟੀਕਲ 48 ਆ ਜਿਹੜਾ ਉਹ ਇਹਨਾਂ ਦੇ ਉੱਤੇ ਰੋਕ ਲਾਉਂਦਾ। ਤਾਂ ਇਸ ਤੋਂ ਬਾਅਦ ਆਉਂਦੇ ਨੇ ਆਪਣੇ ਲਿਬਰਲ ਵਾਲੇ ਨੇ ਤਾਂ ਵੀਡੀਓ ਬਹੁਤ ਮਤਲਬ ਕਿ ਲੰਬੀ ਹੋ ਜਾਣੀ ਆ ਫਿਰ ਤਾਂ ਇੰਨੀ ਤੁਹਾਨੂੰ ਵੀ ਜ਼ਿਆਦਾ ਟਾਈਮ ਬੈਠਣਾ ਔਖਾ ਹੋ ਜਾਂਦਾ। ਤਾਂ ਆਪਾਂ ਇਹਨਾਂ ਦੇ ਬਾਰੇ ਜਿਹੜੇ ਲਿਬਰਲ ਨੇ ਇਹਨਾਂ ਦੇ ਬਾਰੇ ਪ੍ਰਿੰਸੀਪਲ ਨੇ ਇਹਨਾਂ ਦੇ ਬਾਰੇ ਔਰ ਇਹ ਤੋਂ ਬਾਅਦ ਜਿਹੜੀਆਂ ਇਹਦੇ 'ਚ ਅਮੈਂਡਮੈਂਟਸ ਹੋਈਆਂ ਨੇ ਜਾਂ ਫਿਰ ਇਹ ਤੋਂ ਬਾਅਦ 'ਚ ਇਹਨਾਂ ਦੇ ਜਿਹੜੇ ਕੇਸ ਸੀਗੇ ਉਹ ਤੁਹਾਨੂੰ ਆਪਾਂ ਬਾਅਦ 'ਚ ਬੋਲ ਕੇ ਲਿਖਾਵਾਂਗੇ ਇਹਦੇ 'ਚ ਆਪਾਂ ਐਡ ਕਰਕੇ। ਤਾਂ ਇਹ ਤੋਂ ਬਾਅਦ ਜਿਹੜੀਆਂ ਇਹਦੀਆਂ ਅਮੈਂਡਮੈਂਟਸ ਸੀਗੀਆਂ ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਤਾਂ ਤੁਸੀਂ ਆਹ ਕੁਐਸਚਨ ਦਾ ਜਿਹੜਾ ਆਨਸਰ ਆ ਉਹ ਤੁਸੀਂ ਜ਼ਰੂਰ ਕਰਨਾ। ਬਾਕੀ ਹਜੇ ਜਿਹੜੀਆਂ ਅਮੈਂਡਮੈਂਟਸ ਦੇ ਬੇਸ 'ਤੇ ਆ ਉਹ ਹਜੇ ਤੁਹਾਨੂੰ ਜਦੋਂ ਕਰਵਾਵਾਂਗੇ ਤਾਂ ਉਦੋਂ ਤੁਹਾਨੂੰ ਪਤਾ ਲੱਗੂਗਾ ਵੀ ਇਹਦਾ ਆਨਸਰ ਕੀ ਆਉਣਾ ਚਾਹੀਦਾ। ਜਿਨ੍ਹਾਂ ਨੇ ਇੱਕ ਵਾਰ ਤੋਂ ਪਹਿਲਾਂ ਤਿਆਰੀ ਕੀਤੀ ਖੁਦ ਤੋਂ ਕੀਤੀ ਹੋਈ ਹੈ ਤਾਂ ਉਹ ਆਨਸਰ ਇਹਦਾ ਜ਼ਰੂਰ ਟਰਾਈ ਕਰਨ ਵੀ ਇਹਦਾ ਆਨਸਰ ਕੀ ਆਏਗਾ। ਤਾਂ ਆਪਾਂ ਇਹਦੇ ਵੀਡੀਓ ਦਾ ਦੂਸਰੇ ਪਾਰਟ ਦੇ ਵਿੱਚ ਇਹਨੂੰ ਆਪਾਂ ਸਾਰਾ ਜਿਹੜਾ DPSP ਦਾ ਆਪਣਾ ਪਾਰਟ ਆ ਉਹ ਕਵਰ ਕਰ ਦਾਂਗੇ ਪ੍ਰੋਪਰ। ਤਾਂ ਵੀਡੀਓ ਉਮੀਦ ਕਰਦੇ ਹਾਂ ਵੀ ਤੁਹਾਨੂੰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਜਿਨ੍ਹਾਂ ਨੂੰ ਕੋਈ ਡਾਊਟ ਆ ਉਹ ਤੁਸੀਂ ਇੱਥੇ ਡਾਊਟ ਛੱਡ ਦਿਓ ਤੁਹਾਡਾ ਡਾਊਟ ਆ ਜਿਹੜਾ ਉਹ ਕਲੀਅਰ ਕੀਤਾ ਜਾਏਗਾ। ਤਾਂ ਵੀਡੀਓ ਦੇਖਣ ਲਈ ਸਭ ਦਾ ਥੈਂਕ ਯੂ।